ਤਾਂ ਬੰਦੀਆਂ ਨਾਲ ਹੋਊਗਾ। ਇੱਕ ਜਿਹੜਾ ਸਿੱਖਾਂ ਦੀ ਜਮਹੂਰੀਅਤ ਖਤਮ ਕਰ ਦਿੱਤੀ ਹੈ, 11 ਸਾਲ ਤੋਂ SGPC ਦੇ ਇਲੈਕਸ਼ਨਸ ਨਹੀਂ ਕਰਾਏ ਗਏ, ਅਤੇ ਬਾਕੀ ਜਿਹੜੇ ਗਰੀਬ ਲੋਕ ਹੈ ਉਹ ਭੁੱਖਮਰੀ ਦੇ ਉੱਤੇ ਪਹੁੰਚੇ ਪਏ ਹੈ, ਜਿਹੜੇ ਕਿਸਾਨ ਹੈ ਉਹ ਕਰਜ਼ਈ ਹੋ ਗਏ ਹੈ, ਅਤੇ ਅਸੀਂ ਬਾਰਡਰ ਖੋਲ੍ਹਣਾ ਚਾਹੁੰਦੇ ਹਾਂ ਪਾਕਿਸਤਾਨ ਦੇ ਲਈ, ਵਪਾਰ ਦੇ ਲਈ, ਜਿਹਦੇ ਨਾਲ ਖੁਸ਼ਹਾਲੀ ਆਏ ਅਤੇ ਜਿਹੜੇ 40 ਲੱਖ ਬੇਰੁਜ਼ਗਾਰ ਸਾਡੇ ਨੌਜਵਾਨ ਹੈ ਉਹਨਾਂ ਨੂੰ ਵੀ ਰੋਜ਼ੀ ਮਿਲੇ, ਅਤੇ ਕਿਸਾਨ ਵੀ ਤਕੜੇ ਹੋਣ, ਅਤੇ ਕਿਸਾਨ ਮਜ਼ਦੂਰ ਵੀ ਤਕੜੇ ਹੋਣ, ਅਤੇ ਜਿਹੜੇ ਬਹੁਤ ਗਰੀਬ ਭੁੱਖਮਰੀ ਦੇ ਨਾਲ ਹੈ ਇਲੈਕਸ਼ਨਸ ਹੋਣ SGPC ਦੇ, ਉਹਨਾਂ ਨੂੰ ਦੁੱਧ ਦਾ ਗਲਾਸ ਦਈਏ ਗਰੀਬਾਂ ਨੂੰ, ਉਹਨਾਂ ਨੂੰ ਕੁਛ ਨਾ ਕੁਛ ਵਿਟਾਮਿਨਸ ਦਈਏ, ਅਤੇ ਪ੍ਰਚਾਰ ਕਰੀਏ ਚੰਗੀ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ। ਅਤੇ ਇਹ ਸਾਰੇ ਮੁੱਦੇ ਜਿਹੜੇ ਹੈਗੇ ਹੈ ਇਹ ਚੱਕਣ ਵਾਲੇ ਹੈ। ਅਤੇ ਇਹ ਜਿਹੜੀ ਸ਼ੰਕਾ ਹੈ ਕਿ ਸ੍ਰੀਲੰਕਾ ਦੇ ਵਿੱਚ ਜਿਹੜੀ ਇਹ ਗਦਰ ਕਿਹੜੇ ਮੁਲਕ ਨੇ ਪਵਾਇਆ, ਇਹ ਵੀ ਅਸੀਂ ਪੁੱਛਾਂਗੇ ਤਾਂ ਉੱਥੋਂ ਕਿ ਤੁਸੀਂ ਦੱਸੋ ਕਿ ਕੋਈ ਮੁਲਕ ਤਾਂ ਇਹਦੇ ਪਿੱਛੇ ਹੋਊਗਾ ਜਿਹਨੇ ਗਦਰ ਸ੍ਰੀਲੰਕਾ ਦੇ ਵਿੱਚ ਕਰਾਇਆ ਹੈ, ਉਹ ਕਿਹੜਾ ਮੁਲਕ ਹੈ? ਆਪਾਂ ਸਾਰੇ ਪੁੱਛਾਂਗੇ ਤੁਹਾਨੂੰ ਸਵਾਲ, ਤੁਸੀਂ ਦੱਸਿਓ। ਸਰ, ਇਸ ਤੋਂ ਇਲਾਵਾ ਭਗਤ ਸਿੰਘ ਨੂੰ ਲੈ ਕੇ ਤੁਹਾਡੇ ਬਿਆਨ ਨੂੰ ਲੈ ਕੇ ਬੜੀ ਜ਼ਿਆਦਾ ਇੱਕ ਚਰਚਾ ਛਿੜੀ ਹੋਈ ਹੈ ਕਿ ਉਸ ਬਿਆਨ ਨੂੰ ਲੈ ਕੇ ਹਰ ਪਾਸੇ ਹੋ ਰਿਹਾ ਕਿ ਤੁਸੀਂ ਉਸ ਬਿਆਨ ਨੂੰ ਜਾਂ ਤਾਂ ਵਾਪਸ ਲਓ ਜਾਂ ਮਾਫੀ ਮੰਗੋ, ਤੁਸੀਂ ਆਪਣੇ ਬਿਆਨ ਤੇ ਕਾਇਮ? ਦੇਖੋ, ਤੁਸੀਂ ਸਿੱਖ ਰਿਪੋਰਟਰ ਹੈਗੇ ਹੋ, ਮੈਂ ਇਕੱਲਾ ਸਿੱਖਾਂ ਦਾ MP ਮਸਾਂ ਚੁਣ ਕੇ ਆਇਆ, ਇੱਦੋਂ ਉਤਲਾ ਉਹਦਾ ਮੈਨੂੰ ਕਦੇ ਜ਼ਿੰਦਗੀ 'ਚ ਮਿਲ ਨਹੀਂ ਸਕਦਾ ਜਿਹੜਾ ਮੈਨੂੰ ਹੁਣ ਸਿੱਖ ਕੌਮ ਨੇ ਦਿੱਤਾ ਹੈ, ਹਿੰਦੂਆਂ ਨੇ, ਮੁਸਲਮਾਨਾਂ ਨੇ। ਅਤੇ ਮੈਂ ਜਿਹੜੀ ਗੱਲ ਕਰਦਾ ਮੈਂ ਦਲੀਲ ਦੇ ਨਾਲ ਕਰਦਾ, ਤੁਹਾਨੂੰ ਮੈਂ ਪੁੱਛਦਾ, ਤੁਸੀਂ ਜਵਾਬ ਦੇਣਾ ਪਊ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇਹ ਟੈਲੀਵਿਜ਼ਨ ਲਾਏ ਹੈ, ਕਿ ਫਰਜ਼ ਕਰ ਲਓ ਕੱਲ੍ਹ ਅਸੀਂ ਪਾਰਲੀਮੈਂਟ 'ਚ ਜਾਂਦੇ ਹਾਂ, ਤੁਸੀਂ ਵੀ ਉੱਥੇ ਹੁੰਦੇ ਹੋ, ਅਤੇ ਕੋਈ ਜਾਣਾ ਉੱਪਰੋਂ ਬੰਬ ਸਿੱਟ ਦਿੰਦਾ ਹੈ ਅਤੇ ਪਾਰਲੀਮੈਂਟ 'ਚ ਅਸੀਂ ਸਾਰੇ ਮਰ ਜਾਂਦੇ ਹਾਂ। ਤੁਸੀਂ ਆਪਣੇ ਹੈੱਡਕੁਆਟਰਸ ਨੂੰ, ਅਤੇ ਉਸ ਤੋਂ ਬਾਅਦ ਉਹੋ ਹੀ ਬੰਦਾ ਇੱਕ IPS ਅਫਸਰ ਨੂੰ ਮਾਰ ਦਿੰਦਾ, ਇੱਕ ਹੌਲਦਾਰ ਨੂੰ ਮਾਰ ਦਿੰਦਾ, ਬੇਗੁਨਾਹ ਨੂੰ। ਤੁਸੀਂ ਕੀ ਰਿਪੋਰਟ ਦਿਓਗੇ ਆਪਣੇ ਹੈੱਡਕੁਆਟਰਸ ਨੂੰ ਕਿ ਇਹ ਕਿਸ ਨੇ ਬੰਬ ਮਾਰਿਆ? ਇਹ ਦੱਸੋ, ਦੱਸੋ ਮੈਨੂੰ। ਜੋ ਅਪਰਾਧ ਕਰਤਾ ਹੈ अपराधी है। ਤੁਸੀਂ ਦੱਸੋ। ਜੀ ਬਿਲਕੁਲ ਨਹੀਂ ਬਿਲਕੁਲ ਨਹੀਂ, ਬਿਲਕੁਲ ਸਰ, ਜਿਹੜਾ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਹੈ। हाँ, तुसी दसो क्या है? जिसने अटैक किया है वो अटैक उसके ऊपर ही जिम्मेदारी दी जाएगी। हाँ, तो फिर भगत सिंह ने ये सारे काम किए हैं, तो मैं कैसे कह सकता हूँ कि वो भगवान है? गांधी जी ने भी उसको सपोर्ट नहीं किया, और अभी इंडिया ने भी उसको शहीद का ओहदा नहीं दिया, तो मेरे खिलाफ सारा जहान क्यों चिमड़ गया है? ਲੇਕਿਨ ਸਰ ਉਹ ਸਾਰੇ ਇਹ ਗੱਲ ਕਹਿ ਰਹੇ ਆ ਕਿ ਉਹ ਜੰਗੇ ਆਜ਼ਾਦੀ ਵਾਸਤੇ ਸੀ, ਦੇਸ਼ ਦੀ ਮੁਲਕ ਦੀ ਆਜ਼ਾਦੀ ਲਈ ਉਹ ਲੋਕ ਲੜ ਰਹੇ ਸਨ, ਉਹਨਾਂ ਵਾਸਤੇ ਇਹੋ ਜਿਹੀ ਭਾਸ਼ਾ ਕਹਿਣੀ ਸ਼ਹੀਦੇ ਆਜ਼ਮ ਦੁਨੀਆ ਪੂਜਦੀ ਏ, ਇਸ ਕਰਕੇ ਤੁਹਾਡੇ ਖਿਲਾਫ ਪੰਜਾਬ 'ਚ ਮੁਜ਼ਾਹਰੇ ਵੀ ਹੋ ਰਹੇ ਨੇ, ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਨੇ। मेरे खिलाफ कोई धरने नहीं हो रहे, कोई मुजाहरे नहीं हो रहे, कोई स्वतंत्र स्वामी ਜਿਹੜਾ ਕਹਿੰਦੇ ਹੋ ਤੁਸੀਂ ਆਪ ਕਹਿੰਦੇ ਹੋ, ਹੁਣ ਤੁਸੀਂ ਆਪ ਸਰਦਾਰ ਸਾਹਿਬ ਮੰਨੇ ਹੋ ਕਿ ਜੇ ਬੰਬ ਡੇਗ ਦੂਗਾ ਪਾਰਲੀਮੈਂਟ ਦੇ ਵਿੱਚ ਕੱਲ੍ਹ, ਉਹ ਅਪਰਾਧੀ ਹੋਊਗਾ, ਕਿਹਾ ਕਿ ਨਹੀਂ ਤੁਸੀਂ? ਪਰ ਸਰ ਆਜ਼ਾਦੀ ਜੰਗੇ ਆਜ਼ਾਦੀ ਵਾਲਾ ਜਿਹੜਾ ਹਾਂ ਬੰਦਾ ਲੜ ਰਿਹਾ ਹਾਂ, ਜੇ ਉਹ ਬੰਦਾ ਜੰਗ ਆਜ਼ਾਦੀ ਲੜ ਰਿਹਾ ਹੈ, ਫਿਰ ਵੀ ਤੁਸੀਂ ਉਹਨੂੰ ਅਪਰਾਧੀ ਕਹੋਗੇ ਨਾ, ਕਿ ਨਹੀਂ ਕਹੋਗੇ? ਸਰ ਇਹ ਡਿਫਰੈਂਸ਼ੀਏਟ ਚੀਜ਼ ਹੈ। ਨਹੀਂ, ਫਿਰ ਦੇਖੋ, ਜੇ ਤੁਸੀਂ ਨਹੀਂ ਕਹਿ ਸਕਦੇ ਮੇਰੇ ਨਾਲ ਕਿਉਂ ਇੰਟਰਵਿਊ ਕਰ ਰਹੇ ਹੋ? ਤੁਸੀਂ ਹਿੰਦੂਤਵਾ ਦੇ ਥੱਲੇ ਲੱਗ ਕੇ ਮੇਰੇ ਇਕੱਲੇ ਮਿਨੋਰਿਟੀ ਦੇ ਉੱਤੇ ਰੋਹ ਪਾ ਰਹੇ ਹੋ, ਹਾਵੀ ਹੋ ਰਹੇ ਹੋ। ਤੁਸੀਂ ਸਾਡੇ ਸਰਕਾਰ ਹੋ, ਤੁਸੀਂ ਵੱਡੇ ਤੁਸੀਂ ਮੇਰੇ ਤੇ ਹਾਵੀ ਹੋ ਰਹੇ ਹੋ, ਨਹੀਂ ਸਰ, ਤੁਸੀਂ ਇਕੱਲੇ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਹ ਤਾਂ ਮੈਨੂੰ ਦੱਸ ਦਿਓ। ਸਾਰੇ ਇੰਡੀਆ ਦੀ ਪ੍ਰੈਸ ਇੱਥੇ ਆਈ ਹੋਈ ਹੈ, ਮੈਂ ਇੱਕ ਘੱਟ ਗਿਣਤੀ ਦਾ ਮਸਾਂ ਲੜ ਕੇ MP ਬਣਿਆ ਹੈ, ਤੁਸੀਂ ਆਪ ਤਾਂ ਜਵਾਬ ਨਹੀਂ ਦੇਣਾ ਚਾਹੁੰਦੇ, ਆਪਣਾ ਹਿਰਦਾ ਸਾਫ਼ ਨਹੀਂ ਕਰਨਾ ਚਾਹੁੰਦੇ, ਅਤੇ ਮੈਨੂੰ ਐਵੇਂ ਕਹੀ ਜਾਂਦੇ ਹੋ ਕਿ ਸੁਤੰਤਰ ਸਵਾਮੀ ਹੋ ਗਿਆ ਜੀ, ਫਲਾਣਾ ਹੋ ਗਿਆ। ਤੁਸੀਂ ਆਪ ਦੱਸੋ, ਜੇ ਕੋਈ ਸੁਤੰਤਰਾ ਲੜਦਾ ਹੋਇਆ ਬੰਬ ਕੱਲ੍ਹ ਸੁੱਟ ਦਿੰਦਾ ਹੈ, ਉਹਨੂੰ ਕੀ ਕਹੋਗੇ? ਦੱਸੋ। ਹੁਣ ਬੋਲਣਾ ਨਹੀਂ ਕਿਉਂ ਕਰਕੇ?
ਆਪਾਂ ਹਿੰਦੂਤਵਾ ਦੇ ਥੱਲੇ ਲੱਗੇ ਹੋਏ लेकिन हैं। लेकिन मान नहीं, साहब आपने करनाल हम- के अंदर जो बयान दिया था उसके बाद कंट्रोवर्सी जो है वो पैदा हो गई है। हाँ बेशक, पर तभी आप रिपोर्टर हैं, आपकी जिम्मेवारी है हमको बताना कि अगर कल बम फेंक देता है कोई, आप रिपोर्ट में क्या लिखोगे कि वो स्वामी जी थे, कि संत महात्मा जी थे, कि गांधी जी के चेले थे जिन्होंने बम फेंक दिया पार्लियामेंट में? ऐसे बोलोगे कि क्या गांधी जी का चेला था, कि वो कोई संत महात्मा जी का शिष्य था, कोई और किसी का था? बताओ क्या बोलेंगे? लेकिन मान साहब जिस तरीके- लेकिन क्या आप मेजॉरिटी हैं, आप मेरे को बुली कर रहे हो, आप जब मेरे ऊपर दबाव पा रहे हो। आपकी आबादी बहुत है, आपकी सुप्रीम कोर्ट है, आपकी पार्लियामेंट है, आपकी सरकार है, आपके सारे गवर्नर हैं, एक अकेला एमपी सिमरनजीत सिंह मान इधर आया है और हिंदुत्वा ने, मेजॉरिटेरियंस ने उसको घेरा हुआ है। लेकिन ये जुल्म नहीं है क्या? लेकिन मान साहब अब आज लोकसभा स्थगित हो गई है, अब कल फिर दोबारा जाएंगे, पंजाब के कौन से मुद्दे होंगे जो वहां पर आप उठाएंगे? हाँ, वो तो एक बंदियों का मसला है जो 30 साल के अंदर है। दूसरा हमारे धर्म की जो बेअदबी हुई है और उसका मतलब है 328 महाराज के स्वरूप चोरी करवाए गए हैं, बेच दिए गए हैं एसजीपीसी ने, वो मुद्दा होगा। 11 साल से हमारी पार्लियामेंट एसजीपीसी के इलेक्शंस नहीं हो रहे, जो 1984 के बाद हमारी नस्लकुशी हुई है, हमारी मेमोरोसाइड हुई है, वेंडलिज्म हुई है, एथनोसाइड हुई है, उसका अभी तक हमको जवाब नहीं दिया गया। ये सारे सवाल पूछने वाले हैं मेजॉरिटी को, पर आप लोग तो मेरे को टेलीविज़न में नहीं बोलने देते, तो पार्लियामेंट में क्या बोलूँगा मैं? आप समझिए कि आप बहुत ताकतवर हैं, आपकी गिनती बहुत ज़्यादा है यार। आप हमको दबा रहे हैं, आपकी मेजॉरिटी, और आपके बीच ये सिख हैं थोड़े से जो मेजॉरिटी के साथ मिल जाते हैं, वो भी शामिल हो जाते हैं। तो हम क्या करेंगे अकेले आदमी? ये तो जबर है। हाँ, मैं क्या कह सकता हूँ? हंस लो, खेड़ लो तुसे। हाँ, सर, तुसे हरियाणा पंजाब विधानसभा को लेकर एक बार फिर से विवाद गहरा गया है। हाँ। पंजाब कह रहा है कि जो चंडीगढ़ में मौजूदा विधानसभा है उस पर उनका अधिकार ज्यादा है, उसको लेकर क्या कहेंगे? तो पंजाब के लिए तो चंडीगढ़ बना था मैडम, और पहले लाहौर थी हमारी राजधानी। नेहरू ने बोला था कि लाहौर सर, हमने पाकिस्तान को दे दिया है, उसके बदले हमने गुरदासपुर का ज़िला लिया है, कपूरथला का ज़िला लिया है, फिरोजपुर और ज़ीरा का ज़िला ले लिया है, और लाहौर आपकी राजधानी पाकिस्तान को दे दी है, और उसके बदले हम आपको चंडीगढ़ बना के दे रहे हैं। तो फिर हमारी तो राजधानी है नहीं कहीं, तो वो तो हमारी है पंजाब की, हमारी गांव में वो बना हुआ है। उधर जाके हर एक गांव का रिकॉर्ड है कि वो सिखों की धरती थी जिसके ऊपर ये इमारतें चंडीगढ़ की बनाई हुई हैं। इसके ऊपर झगड़ा दोबारा करना तो एक कम गिनती के ऊपर रोब डालना होता है। जब कॉन्स्टिट्यूशन कहता है कि जिस सूबे से नदी बीतती है उसी सूबे का उस दरिया के ऊपर हक है, और हमारे 3 दरिया है, सतलुज, ब्यास और रावी। तीनों दरियाओं को राजस्थान, दिल्ली और हरियाणा में भेज देते हैं। तो हम गुलाम आदमी हैं और आप इधर मज़ा लेने आते हैं कि एक गुलाम आदमी को पूछें कि वो हमारी बात करेगा कि नहीं। मैं कैसे हिंदुत्व की बात कर सकता हूँ जब मैं हिंदुत्व का मेंबर नहीं हूँ? मेरे ऊपर जोर डाल रहे हैं आप, मेरे को बुली कर रहे हैं। ठीक है सर। हाँ, ठीक ਅਹੁਦੇ ਲਈ ਕਿਹੜੇ ਮੁੱਦੇ ਰਹਿਣਗੇ ਤੇ ਕਿਵੇਂ ਦੇਖਦੇ